ਹੈਲੋ एवरीवन ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਹਿਸਟਰੀ ਦੇ MCQ ਦੀ ਸੀਰੀਜ਼। ਦੇਖਦੇ ਹਾਂ ਫਰਸਟ ਕੁਐਸਚਨ, ਵਿਚ ਆਫ ਦ ਫੋਲੋਇੰਗ ਬ੍ਰਿਟਿਸ਼ ਪਾਵਰ ਵਾਸ ਫਸਟ ਟੂ ਰੀਚ ਇੰਡੀਆ? ਆਪਸ਼ਨਸ ਨੇ ਦ ਡਚ, B ਦ ਪੋਰਟਗੀਜ਼, C ਦ ਡੇਨਸ ਐਂਡ ਦ ਫ੍ਰੈਂਚ। ਸਭ ਤੋਂ ਪਹਿਲਾਂ ਇੰਡੀਆ ਦੇ ਵਿੱਚ ਜੋ ਆਏ ਸੀਗੇ ਉਹ ਸੀਗੇ ਵਾਸਕੋ ਡੀ ਗਾਮਾ। 1498 ਦੇ ਵਿੱਚ ਇੰਡੀਆ ਦੇ ਵਿੱਚ ਆਏ ਸੀ ਔਰ ਇੱਕ ਸੀ ਰੂਟ ਦੇ ਥਰੂ ਆਏ ਸੀ। ਵਾਸਕੋ ਡੀ ਗਾਮਾ ਇੱਕ ਪੋਰਟਗੀਜ਼ ਸੀ। ਸੋ ਇਹਦਾ ਆਨਸਰ ਹੋ ਜਾਂਦਾ ਹੈ ਜਿਹੜੀ ਬ੍ਰਿਟਿਸ਼ ਪਾਵਰ ਸਭ ਤੋਂ ਪਹਿਲਾਂ ਇੰਡੀਆ 'ਚ ਆਈ ਉਹ ਸੀ ਆਪਸ਼ਨ B ਦ ਪੋਰਟਗੀਜ਼। ਇੱਥੇ ਆਪਾਂ ਧਿਆਨ ਰੱਖਣਾ ਹੈ ਕਿ ਜੇ ਸਾਨੂੰ ਪੁੱਛ ਲਿਆ ਜਾਂਦਾ ਕਿ ਹੂ ਕੇਮ ਟੂ ਇੰਡੀਆ ਫਰਸਟ ਤਾਂ ਉਹਦਾ ਆਨਸਰ ਹੋਏਗਾ ਵਾਸਕੋ ਡੀ ਗਾਮਾ 1498 ਦੇ ਵਿੱਚ, ਅਤੇ ਇਹ ਇੱਕ ਸੀ ਰੂਟ ਦੇ ਥਰੂ ਇੰਡੀਆ ਆਏ ਸੀ। ਵਾਸਕੋ ਡੀ ਗਾਮਾ ਨੇ ਪਹਿਲਾਂ ਕੇਪ ਆਫ ਗੁੱਡ ਹੋਪ ਡਿਸਕਵਰ ਕੀਤਾ ਸੀ ਜਿਹੜਾ ਕਿ ਅਫਰੀਕਾ ਕੰਟੀਨੈਂਟ ਦੇ ਵਿੱਚ ਹੈ, ਉਹਦੇ ਥਰੂ ਇਹ ਇੰਡੀਆ ਆਏ ਸੀ। Next question, name the ruler who received Vasco da Gama when he reached Calicut in 1498? Options ਨੇ A ਜ਼ਮੋਰਿਨ, B ਜਹਾਂਗੀਰ, C ਗਾਸਪਰ, D ਫ੍ਰਾਂਸਿਸ ਡੀ ਅਲਮੇਡਾ। ਇਹਦਾ ਆਨਸਰ ਹੈ ਆਪਸ਼ਨ A ਜ਼ਮੋਰਿਨ। ਜ਼ਮੋਰਿਨ ਜਿਹੜੇ ਕੈਲੀਕਟ ਦੇ ਰੂਲਰ ਸੀ ਉਸ ਟਾਈਮ 'ਤੇ, ਉਹਨਾਂ ਨੇ ਵਾਸਕੋ ਡੀ ਗਾਮਾ ਨੂੰ ਵੈਲਕਮ ਕੀਤਾ ਸੀਗਾ ਜਦੋਂ ਉਹ ਕਾਲੀਕਟ ਪਹੁੰਚੇ ਸੀ। ਨੈਕਸਟ ਕੁਐਸਚਨ, ਹੂ ਵਾਜ਼ ਦ ਫਸਟ ਗਵਰਨਰ ਆਫ ਪੋਰਟਗੀਜ਼ ਇਨ ਇੰਡੀਆ? ਪੋਰਟਗੀਜ਼ ਦਾ ਪਹਿਲਾ ਗਵਰਨਰ ਕੌਣ ਬਣਿਆ ਇੰਡੀਆ ਦੇ ਵਿੱਚ? ਆਪਸ਼ਨਸ ਨੇ A ਅਲਫੋਂਸੋ ਡੀ ਐਲਬੇਕਿਊ, B ਜਹਾਂਗੀਰ, C ਗਾਸਪਰ, D ਫ੍ਰਾਂਸਿਸ ਡੀ ਅਲਮੇਡਾ। ਇਹਦਾ ਆਨਸਰ ਹੈ ਆਪਸ਼ਨ D ਫ੍ਰਾਂਸਿਸ ਡੀ ਅਲਮੇਡਾ। ਇਹ ਪੋਰਟਗੀਜ਼ ਦੇ ਫਸਟ ਗਵਰਨਰ ਸੀ ਇੰਡੀਆ ਦੇ ਵਿੱਚ, ਅਤੇ ਇਹਨਾਂ ਨੇ ਬਲੂ ਵਾਟਰ ਪੋਲਿਸੀ ਵੀ ਇੰਟਰੋਡਿਊਸ ਕੀਤੀ ਸੀ। ਬਲੂ ਵਾਟਰ ਪੋਲਿਸੀ ਕੀ ਹੈ ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਨੈਕਸਟ ਕੁਐਸਚਨ, ਹੂ ਇੰਟਰੋਡਿਊਸ ਦ ਬਲੂ ਵਾਟਰ ਪੋਲਿਸੀ? ਬਲੂ ਵਾਟਰ ਪੋਲਿਸੀ ਦਾ ਮਤਲਬ ਹੈ ਕਿ ਸੀ ਦੇ ਉੱਤੇ ਆਪਣੀ ਸੁਪੀਰੀਅਰਿਟੀ ਬਣਾਏ ਰੱਖਣਾ, ਕਿਉਂਕਿ ਕੋਈ ਵੀ ਬ੍ਰਿਟਿਸ਼ ਪਾਵਰ ਜੋ ਇੰਡੀਆ ਦੇ ਵਿੱਚ ਆ ਰਹੀ ਸੀ ਉਹ ਲੈਂਡ ਰੂਟ ਦੇ ਥਰੂ ਨਹੀਂ ਆ ਰਹੀ ਸੀ, ਉਹ ਕੀ ਹੈ ਸੀ ਰੂਟ ਦੇ ਥਰੂ ਆ ਰਹੀ ਸੀ। ਤਾਂ ਜਿਹੜੇ ਫ੍ਰਾਂਸਿਸ ਡੀ ਅਲਮੇਡਾ ਹੈ ਇਹਨਾਂ ਨੇ ਇਹ ਆਈਡੀਆ ਦਿੱਤਾ ਕਿ ਇਹਨਾਂ ਨੇ ਬਲੂ ਵਾਟਰ ਪੋਲਿਸੀ ਇੰਟਰੋਡਿਊਸ ਕੀਤੀ ਕਿ ਆਪਾਂ ਸੀ ਦੇ ਉੱਤੇ ਆਪਣੀ ਸੁਪੀਰੀਅਰਿਟੀ ਬਣਾ ਕੇ ਰੱਖਾਂਗੇ ਤਾਂ ਜੋ ਹੋਰ ਜਿਹੜੀ ਵੀ ਬ੍ਰਿਟਿਸ਼ ਪਾਵਰ ਹੈ ਉਹਦਾ ਰਾਈਜ਼ ਹੋਣ ਤੋਂ ਇੰਡੀਆ ਦੇ ਵਿੱਚ ਰੋਕ ਸਕਣ। ਤਾਂ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ ਆਪਸ਼ਨ D ਫ੍ਰਾਂਸਿਸ ਡੀ ਅਲਮੇਡਾ। ਨੈਕਸਟ ਕੁਐਸਚਨ, ਇਨ ਵਿਚ ਈਅਰ ਗੋਆ ਬਿਕੇਮ ਦ ਕੈਪੀਟਲ ਆਫ ਪੋਰਟਗੀਜ਼? ਇਹਦੀ ਪੂਰੀ ਹਿਸਟਰੀ ਰਹੀ ਹੈ ਕਿ 1509 ਦੇ ਵਿੱਚ ਜਿਹੜੇ ਪੋਰਟਗੀਜ਼ ਦੇ ਗਵਰਨਰ ਬਣੇ ਉਹ ਸੀਗੇ ਅਲਫੋਂਸੋ ਡੀ ਐਲਬੇਕਿਊ। ਅਲਫੋਂਸੋ ਡੀ ਐਲਬੇਕਿਊ ਨੇ ਗੋਆ ਨੂੰ ਕੈਪਚਰ ਕੀਤਾ ਸੀ ਰੂਲਰ ਆਫ ਬੀਜਾਪੁਰ ਤੋਂ। ਉਹ ਕਿਹੜੇ ਈਅਰ ਦੇ ਵਿੱਚ ਕੀਤਾ ਸੀ? ਉਹ ਕੀਤਾ ਸੀ 1510 ਦੇ ਵਿੱਚ। ਅਤੇ ਗੋਆ ਨੂੰ ਕੈਪੀਟਲ ਬਣਾਇਆ ਸੀ ਉਹ ਜਿਹੜੇ ਗਵਰਨਰ ਨੇ ਬਣਾਇਆ ਸੀ ਉਹਨਾਂ ਦਾ ਨਾਮ ਸੀ ਨਿਨਹੋ ਡੀ ਕੁਨਾ। ਕਈ ਵਾਰ ਇਹੀ ਕੁਐਸਚਨ ਆ ਜਾਂਦਾ ਹੈ ਕਿ ਹੂ ਚੇਂਜ ਦ ਕੈਪੀਟਲ ਆਫ ਪੋਰਟਗੀਜ਼ ਫਰੋਮ ਕੋਚੀਨ ਟੂ ਗੋਆ, ਤਾਂ ਉਹ ਗਵਰਨਰ ਦਾ ਨਾਮ ਸੀ ਨਿਨਹੋ ਡੀ ਕੁਨਾ। ਅਤੇ ਕਿਹੜੇ ਈਅਰ ਦੇ ਵਿੱਚ ਉਹਨਾਂ ਨੇ ਗੋਆ ਨੂੰ ਕੈਪੀਟਲ ਬਣਾਇਆ ਪੋਰਟਗੀਜ਼ ਦੀ? ਉਹ ਈਅਰ ਸੀ 1530 ਦੇ ਵਿੱਚ। ਸੋ ਇਹਦਾ ਆਨਸਰ ਹੋ ਜਾਏਗਾ ਆਪਸ਼ਨ C 1530। ਨੈਕਸਟ ਕੁਐਸਚਨ, ਵਿਚ ਬ੍ਰਿਟਿਸ਼ ਪਾਵਰ ਇੰਟਰੋਡਿਊਸ ਦ ਕਾਰਟੇ ਸਿਸਟਮ? ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਾਰਟੇ ਸਿਸਟਮ ਹੈ ਕੀ ਸੀ। ਕਾਰਟੇ ਸਿਸਟਮ ਸੀ ਕਿ ਜੇ ਕੋਈ ਵੀ ਬ੍ਰਿਟਿਸ਼ ਪਾਵਰ ਇੰਡੀਆ ਦੇ ਵਿੱਚ ਆ ਰਹੀ ਹੈ ਤਾਂ ਉਹਨਾਂ ਨੂੰ ਗੋਆ ਰੁਕਣਾ ਪਏਗਾ ਅਤੇ ਉਹ ਉਹ ਕਾਰਟੇਜ ਡਿਊਟੀ ਦੇਣਗੇ ਅਤੇ ਪਰਮਿਸ਼ਨ ਲੈਣਗੇ ਪਹਿਲਾਂ, ਅਤੇ ਕਸਟਮ ਡਿਊਟੀ ਪੇ ਕਰਨਗੇ। ਤਾਂ ਇਹ ਇੰਟਰੋਡਿਊਸ ਕੀਤੀ ਸੀ ਪੋਰਟਗੀਜ਼ ਨੇ। ਪੋਰਟਗੀਜ਼ ਆਪਣੇ ਆਪ ਨੂੰ ਸੀ ਦੇ ਉੱਪਰ ਸੁਪੀਰੀਅਰ ਰੱਖਣਾ ਚਾਹੁੰਦੇ ਸੀ, ਇਸ ਲਈ ਉਹਨਾਂ ਨੇ ਕਾਰਟੇ ਸਿਸਟਮ ਇੰਟਰੋਡਿਊਸ ਕੀਤਾ, ਜਿਹਦੇ ਥਰੂ ਕੀ ਸੀ ਵੀ ਜੇ ਕੋਈ ਵੀ ਬ੍ਰਿਟਿਸ਼ ਪਾਵਰ ਇੰਡੀਆ ਦੇ ਵਿੱਚ ਟਰੇਡ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਪਹਿਲਾਂ ਕਸਟਮ ਡਿਊਟੀ ਦੇਣੀ ਪਏਗੀ ਪੋਰਟਗੀਜ਼ ਨੂੰ, ਅਤੇ ਪੋਰਟਗੀਜ਼ ਤੋਂ ਪਰਮਿਸ਼ਨ ਲੈਣੀ ਪਏਗੀ, ਫਿਰ ਹੀ ਉਹ ਇੰਡੀਆ ਦੇ ਵਿੱਚ ਟਰੇਡ ਕਰ ਸਕਦੇ ਨੇ। ਸੋ ਇਸ ਦਾ ਆਨਸਰ ਹੋ ਜਾਏਗਾ ਆਪਸ਼ਨ B ਪੋਰਟਗੀਜ਼। Next question, which of the following are the trading stations of the Portuguese? Option A Calicut, option B Cannanore, option C Cochin, option D all of the above। ਸੋ ਇਸ ਦਾ ਆਨਸਰ ਹੈ all of the above। ਇਹ ਤਿੰਨੋਂ ਹੀ ਜਿਹੜੇ ਨੇ ਪੋਰਟਗੀਜ਼ ਦੇ ਟ੍ਰੇਡਿੰਗ ਸਟੇਸ਼ਨ ਸੀ। ਪਹਿਲਾਂ ਜਿਹੜੀ ਪੋਰਟਗੀਜ਼ ਦੀ ਕੈਪੀਟਲ ਸੀ ਉਹ ਸੀ ਕੋਚਿਨ, ਇਸ ਤੋਂ ਬਾਅਦ ਉਹ ਚੇਂਜ ਹੋ ਕੇ ਗੋਆ ਬਣ ਗਈ।
Next question, what was the result of the Anglo-Dutch rivalry? Anglo-Dutch rivalry मतलब कि इंग्लिश ਤੇ ਡੱਚ ਦੇ ਵਿੱਚ ਜਿਹੜੀ ਵਾਰ ਹੋਈ, ਜਿਹੜੀ ਕਿ ਮਿਡ 17th ਸੈਂਚੁਰੀ ਦੇ ਵਿੱਚ ਹੋਈ ਸੀ, ਉਹਦਾ ਰਿਜ਼ਲਟ ਕੀ ਨਿਕਲਿਆ? ਆਪਸ਼ਨਸ ਨੇ, ਆਪਸ਼ਨ ਏ ਡੱਚ established control over Spice Island, option B English established control over India, option C both A and B। ਇਹਦਾ ਆਨਸਰ ਹੈ ਆਪਸ਼ਨ C both A and B, ਕਿਉਂਕਿ ਇਸ ਰਿਵਾਲਰੀ ਤੋਂ ਬਾਅਦ, ਇਸ ਵਾਰ ਤੋਂ ਬਾਅਦ ਕੀ ਹੋਇਆ ਕਿ ਜਿਹੜੇ ਡੱਚ ਨੇ ਉਹਨਾਂ ਨੇ ਇੰਡੋਨੇਸ਼ੀਆ ਤੇ ਆਪਣਾ ਕੰਟਰੋਲ ਬਣਾ ਲਿਆ ਤੇ ਜਿਹੜੇ ਇੰਗਲਿਸ਼ ਨੇ ਉਹਨਾਂ ਨੇ ਇੰਡੀਆ ਦੇ ਉੱਪਰ ਆਪਣਾ ਕੰਟਰੋਲ ਬਣਾ ਲਿਆ। ਨੈਕਸਟ ਕੁਐਸਚਨ, who came to the royal court of Jahangir in 1608? 1608 ਦੇ ਵਿੱਚ ਕੌਣ ਇੰਗਲਿਸ਼ ਮੈਨ ਸੀਗਾ ਜਿਹੜਾ ਜਹਾਂਗੀਰ ਦੇ ਦਰਬਾਰ ਵਿੱਚ ਆਇਆ ਸੀ? ਆਪਸ਼ਨ ਏ ਫ੍ਰਾਂਸਿਸ ਡੇ, ਆਪਸ਼ਨ ਬੀ ਜੌਬ ਚਾਰਨੋਕ, ਆਪਸ਼ਨ ਸੀ ਕੈਪਟਨ ਹੌਕਿੰਸ, ਆਪਸ਼ਨ ਡੀ ਸਰ ਥੋਮਸ ਰੋ। ਇਹਦਾ ਆਨਸਰ ਹੈ ਆਪਸ਼ਨ ਸੀ ਕੈਪਟਨ ਹੌਕਿੰਸ। ਕੈਪਟਨ ਹੌਕਿੰਸ 1608 ਦੇ ਵਿੱਚ ਜਹਾਂਗੀਰ ਕੋਲ ਆਏ ਸੀ ਔਰ ਇਹ ਪ੍ਰਪੋਜ਼ਲ ਲੈ ਕੇ ਆਏ ਸੀ ਕਿ ਇਹ ਸੂਰਤ ਦੇ ਵਿੱਚ ਆਪਣੀ ਇੱਕ ਫੈਕਟਰੀ ਇਸਟੈਬਲਿਸ਼ ਕਰਨਾ ਚਾਹੁੰਦੇ ਨੇ, ਬਟ ਉਸ ਟਾਈਮ 'ਤੇ ਜਹਾਂਗੀਰ ਨੇ ਇਹ ਪ੍ਰਪੋਜ਼ਲ ਨਹੀਂ ਮੰਨਿਆ ਸੀ ਕਿਉਂਕਿ ਜਹਾਂਗੀਰ ਉੱਪਰ ਕਾਫੀ ਪੋਰਟਗੀਜ਼ ਦਾ ਪ੍ਰੈਸ਼ਰ ਸੀ। ਬਟ ਬਾਈ ਦ ਟਾਈਮ ਬਿੰਗ ਜਦੋਂ ਅੱਗੇ ਟਾਈਮ ਪਾਸ ਹੋਇਆ ਤਾਂ ਫਿਰ ਕੀ ਹੈ ਇਹ ਪ੍ਰਪੋਜ਼ਲ ਮੰਨ ਲਿਆ ਗਿਆ ਸੀ ਤੇ ਈਸਟ ਇੰਡੀਆ ਕੰਪਨੀ ਨੇ ਆਪਣੀ ਫੈਕਟਰੀ ਜਿਹੜੀ ਹੈ ਉਹ ਸੂਰਤ ਦੇ ਵਿੱਚ ਇਸਟੈਬਲਿਸ਼ ਕੀਤੀ ਸੀ। ਇਸ ਤੋਂ ਬਾਅਦ ਇੱਕ ਪੁਆਇੰਟ ਇੱਥੇ ਹੋਰ ਡਿਸਕਸ ਕਰ ਲੈਂਦੇ ਹਾਂ ਕਿ ਜਿਹੜੇ ਸਰ ਥੋਮਸ ਰੋ ਨੇ ਇਹ ਵੀ ਇੰਗਲਿਸ਼ ਅੰਬੈਸਡਰ ਬਣ ਕੇ ਮੁਗਲ ਕੋਰਟ 'ਚ ਆਏ ਸੀਗੇ ਜਹਾਂਗੀਰ ਕੋਲ। ਇਹ ਆਏ ਸੀ 1615 ਦੇ ਵਿੱਚ ਤੇ ਇਹ ਵੀ ਇਹੀ ਪ੍ਰਪੋਜ਼ਲ ਲੈ ਕੇ ਆਏ ਸੀ ਕਿ ਇਹ ਟ੍ਰੇਡਿੰਗ ਫੈਕਟਰੀਜ਼ ਇਸਟੈਬਲਿਸ਼ ਕਰਨਾ ਚਾਹੁੰਦੇ ਸੀ ਡਿਫਰੈਂਟ ਪਾਰਟਸ ਆਫ ਇੰਡੀਆ ਦੇ ਵਿੱਚ, ਤੇ ਜਿਹੜਾ ਕਿ ਪ੍ਰਪੋਜ਼ਲ ਜਹਾਂਗੀਰ ਨੇ ਮੰਨ ਲਿਆ ਸੀ ਔਰ ਇਸ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਕਾਫੀ ਜਿਹੜੀਆਂ ਆਪਣੀਆਂ ਟ੍ਰੇਡਿੰਗ ਕੰਪਨੀਜ਼ ਅਲੱਗ-ਅਲੱਗ ਜਗ੍ਹਾ 'ਤੇ ਬਣਾਈਆਂ ਸੀ, ਜਿਵੇਂ ਕਿ ਆਗਰਾ ਦੇ ਵਿੱਚ, ਹੁਗਲੀ ਦੇ ਵਿੱਚ, ਪਟਨਾ ਦੇ ਵਿੱਚ, ਬੜੌਦਾ ਦੇ, ਅਹਿਮਦਾਬਾਦ ਦੇ ਵਿੱਚ। ਨੈਕਸਟ ਕੁਐਸਚਨ, which of the following were the presidency towns of English in India? ਇਹਨਾਂ ਵਿੱਚੋਂ ਕਿਹੜੇ ਕਿਹੜੇ ਪ੍ਰੈਜ਼ੀਡੈਂਸੀ ਟਾਊਨ ਸੀਗੇ ਈਸਟ ਇੰਡੀਆ ਕੰਪਨੀ ਦੇ ਜਾਂ ਇੰਗਲਿਸ਼ ਬ੍ਰਿਟਿਸ਼ ਪਾਰਟ ਦੇ ਇੰਡੀਆ ਦੇ ਵਿੱਚ? ਆਪਸ਼ਨ ਏ ਬੰਬੇ, ਆਪਸ਼ਨ ਬੀ ਮਦਰਾਸ, ਆਪਸ਼ਨ ਸੀ ਕੈਲਕਟਾ, ਆਪਸ਼ਨ ਡੀ ਆਲ ਆਫ ਦਾ ਅਬਵ। ਇਹਦਾ ਆਨਸਰ ਹੈ ਆਪਸ਼ਨ ਡੀ ਆਲ ਆਫ ਦਾ ਅਬਵ। ਇਹ ਤਿੰਨੋਂ ਹੀ ਜਿਹੜੇ ਹੈ ਪ੍ਰੈਜ਼ੀਡੈਂਸੀ ਟਾਊਨ ਸੀਗੇ ਇੰਗਲਿਸ਼ ਦੇ ਇੰਡੀਆ ਦੇ ਵਿੱਚ। Next question, who founded the city of Madras? Option A Francis Day, option B Job Charnock, option C Captain Hawkins, option D Sir Thomas Roe। ਇਸਦਾ ਆਨਸਰ ਹੈ ਆਪਸ਼ਨ ਏ ਫ੍ਰਾਂਸਿਸ ਡੇ। ਫ੍ਰਾਂਸਿਸ ਡੇ ਨੇ ਸਿਟੀ ਆਫ ਮਦਰਾਸ ਨੂੰ ਫਾਊਂਡ ਕੀਤਾ ਸੀ ਕਿਹੜੇ ਈਅਰ ਦੇ ਵਿੱਚ? 1639 ਦੇ ਵਿੱਚ। ਤੇ ਜਿਹੜੇ ਜੌਬ ਚਾਰਨੋਕ ਨੇ ਇਹਨਾਂ ਨੇ ਇੱਕ ਫੈਕਟਰੀ ਇਸਟੈਬਲਿਸ਼ ਕੀਤੀ ਸੀ ਵਿਲੇਜ ਸੁਤਾਨਾਤੀ ਦੇ ਵਿੱਚ। ਇਹੀ ਜਿਹੜਾ ਵਿਲੇਜ ਹੈ ਅੱਗੇ ਚੱਲ ਕੇ ਸਿਟੀ ਬਣਿਆ ਸੀ ਜਿਹਨੂੰ ਸਿਟੀ ਆਫ ਕੈਲਕਟਾ ਕਿਹਾ ਜਾਂਦਾ ਆ। ਇਹ ਵੀ ਧਿਆਨ 'ਚ ਰੱਖਣਾ, ਕਈ ਵਾਰ ਇਹ ਵੀ ਕੁਐਸਚਨ ਆ ਜਾਂਦਾ ਕਿ ਹੂ ਇਸਟੈਬਲਿਸ਼ਡ ਫੈਕਟਰੀ ਐਟ ਵਿਲੇਜ ਸੁਤਾਨਾਤੀ ਜਾਂ ਹੂ ਫਾਊਂਡਡ ਦ ਸਿਟੀ ਆਫ ਕੈਲਕਟਾ, ਤਾਂ ਉਹਦਾ ਆਨਸਰ ਆਏਗਾ ਜੌਬ ਚਾਰਨੋਕ। ਤੇ ਇਹ ਹੋਇਆ ਸੀ ਕਿਹੜੇ ਸਾਲ ਦੇ ਵਿੱਚ? 1690 ਦੇ ਵਿੱਚ। ਨੈਕਸਟ ਕੁਐਸਚਨ, ਵੇਅਰ ਵਾਜ਼ ਦ ਫੋਰਟ ਸੇਂਟ ਜਿਓਰਜ ਬਿਲਟ? ਫੋਰਟ ਸੇਂਟ ਜਿਓਰਜ ਕਿੱਥੇ ਬਣਾਇਆ ਗਿਆ ਸੀ? ਆਪਸ਼ਨ ਏ ਬੰਬੇ, ਆਪਸ਼ਨ ਬੀ ਮਦਰਾਸ, ਆਪਸ਼ਨ ਸੀ ਕੈਲਕਟਾ, ਆਪਸ਼ਨ ਡੀ ਕੋਚੀਨ। ਇਹਦਾ ਆਨਸਰ ਹੈ ਆਪਸ਼ਨ ਬੀ ਮਦਰਾਸ। ਨੈਕਸਟ ਕੁਐਸਚਨ, ਵੇਅਰ ਵਾਜ਼ ਦ ਫੋਰਟ ਵਿਲੀਅਮ ਬਿਲਟ? ਫੋਰਟ ਵਿਲੀਅਮ ਕਿੱਥੇ ਬਣਾਇਆ ਗਿਆ ਸੀ? ਆਪਸ਼ਨ ਏ ਬੰਬੇ, ਆਪਸ਼ਨ ਬੀ ਮਦਰਾਸ, ਆਪਸ਼ਨ ਸੀ ਕੈਲਕਟਾ, ਆਪਸ਼ਨ ਡੀ ਕੋਚੀਨ। ਇਹਦਾ ਆਨਸਰ ਹੈ ਆਪਸ਼ਨ ਸੀ ਕੈਲਕਟਾ। ਇਹ ਦੋਨੋਂ ਹੀ ਯਾਦ ਰੱਖਣੇ ਨੇ, ਫੋਰਟ ਸੇਂਟ ਜਿਓਰਜ ਬਣਾਇਆ ਗਿਆ ਮਦਰਾਸ ਦੇ ਵਿੱਚ ਤੇ ਫੋਰਟ ਵਿਲੀਅਮ ਬਣਾਇਆ ਗਿਆ ਕੈਲਕਟਾ ਦੇ ਵਿੱਚ। ਇਹ ਦੋਨੋਂ ਹੀ ਜਿਹੜੇ ਆ ਪ੍ਰੈਜ਼ੀਡੈਂਸੀ ਟਾਊਨ ਸੀਗੇ ਇੰਗਲਿਸ਼ ਦੇ। ਨੈਕਸਟ ਕੁਐਸਚਨ, ਫਰੋਮ whom the ਈਸਟ ਇੰਡੀਆ ਕੰਪਨੀ acquired ਬੰਬੇ? ਜਿਹੜਾ ਥਰਡ ਈਸਟ ਇੰਡੀਆ ਕੰਪਨੀ ਦਾ ਪ੍ਰੈਜ਼ੀਡੈਂਸੀ ਟਾਊਨ ਸੀ ਉਹ ਸੀ ਬੰਬੇ। ਇਹ ਈਸਟ ਇੰਡੀਆ ਕੰਪਨੀ ਨੇ ਕਿਹਦੇ ਤੋਂ ਐਕਵਾਇਰ ਕੀਤਾ ਸੀ? ਆਪਸ਼ਨ ਏ ਫ੍ਰਾਂਸਿਸ ਡੇ, ਆਪਸ਼ਨ ਬੀ ਚਾਰਲਸ ਟੂ, ਆਪਸ਼ਨ ਸੀ ਜੌਬ ਚਾਰਨੋਕ, ਆਪਸ਼ਨ ਡੀ ਨਨ ਆਫ ਦ ਅਬਵ। ਇਹ ਐਕਵਾਇਰ ਕੀਤਾ ਗਿਆ ਸੀ ਚਾਰਲਸ ਟੂ ਤੋਂ ਕਿਹੜੇ ਈਅਰ ਦੇ ਵਿੱਚ? 1668 ਦੇ ਵਿੱਚ। ਚਾਰਲਸ ਟੂ ਨੂੰ ਜਿਹੜਾ ਬੰਬੇ ਸੀ ਉਹ ਪੋਰਟਗੀਜ਼ ਨੇ ਗਿਫਟ ਕੀਤਾ ਸੀ। ਇਹ ਚਾਰਲਸ ਟੂ ਤੋਂ ਈਸਟ ਇੰਡੀਆ ਕੰਪਨੀ ਨੇ ਐਕਵਾਇਰ ਕਰ ਲਿਆ ਸੀ ਤੇ ਆਪਣਾ ਪ੍ਰੈਜ਼ੀਡੈਂਸੀ ਟਾਊਨ ਬਣਾ ਲਿਆ ਸੀ। ਨੈਕਸਟ ਕੁਐਸਚਨ,
ਵਿਚ ਟਰੀਟੀ ਵਾਸ ਸਾਈਨਡ ਐਟ ਦ ਐਂਡ ਆਫ ਦ ਫਸਟ ਕਾਰਨੈਟਿਕ ਵਾਰ ਜਿਹੜੀ ਕਿ ਹੋਈ ਸੀ 1746 ਤੋਂ ਲੈ ਕੇ 1748 ਦੇ ਵਿੱਚ। ਕਾਰਨੈਟਿਕ ਵਾਰਸ ਤਿੰਨ ਕਾਰਨੈਟਿਕ ਵਾਰਸ ਹੋਈਆਂ ਨੇ ਜਿਨ੍ਹਾਂ ਨੂੰ ਕੀ ਹੈ ਐਂਗਲੋ ਫ੍ਰੈਂਚ ਰਿਵਾਲਰੀ ਵੀ ਕਿਹਾ ਜਾਂਦਾ ਹੈ ਯਾਨੀ ਕਿ ਇੰਗਲਿਸ਼ ਅਤੇ ਫਰੈਂਚ ਦੇ ਵਿੱਚ ਜਿਹੜੀਆਂ ਲੜਾਈਆਂ ਹੋਈਆਂ ਉਹਨਾਂ ਨੂੰ ਕਾਰਨੈਟਿਕ ਵਾਰਸ ਦਾ ਨਾਮ ਦਿੱਤਾ ਗਿਆ। ਅਤੇ ਜਦੋਂ ਫਸਟ ਕਾਰਨੈਟਿਕ ਵਾਰ ਐਂਡ ਹੋਈ ਤਾਂ ਉਦੋਂ ਕਿਹੜੀ ਟਰੀਟੀ ਸਾਈਨ ਕੀਤੀ ਗਈ? ਆਪਸ਼ਨ ਏ ਟਰੀਟੀ ਆਫ ਐਕਸਲਾ ਚੈਪਲ, ਆਪਸ਼ਨ ਬੀ ਟਰੀਟੀ ਆਫ ਪੈਰਿਸ, ਆਪਸ਼ਨ ਸੀ ਟਰੀਟੀ ਆਫ ਪੌਂਡੀਚੇਰੀ, ਆਪਸ਼ਨ ਡੀ ਟਰੀਟੀ ਆਫ ਮਦਰਾਸ। ਇਹਦਾ ਆਨਸਰ ਹੈ ਆਪਸ਼ਨ ਏ ਟਰੀਟੀ ਆਫ ਐਕਸਲਾ ਚੈਪਲ। ਇਹ ਹੋਈ ਤੇ ਇਸ ਤੋਂ ਬਾਅਦ ਕੀ ਹੈ ਫਸਟ ਕਾਰਨੈਟਿਕ ਵਾਰ ਐਂਡ ਹੋ ਗਈ। ਔਰ ਅਗਰ ਪੁੱਛਿਆ ਜਾਵੇ ਟਰੀਟੀ ਆਫ ਪੈਰਿਸ ਇਹ ਸਾਈਨ ਹੋਈ ਸੀ ਐਟ ਦ ਐਂਡ ਆਫ ਦ ਥਰਡ ਕਾਰਨੈਟਿਕ ਵਾਰ in 1763। Treaty of Pondicherry ਹੋਈ at the end of the second Carnatic War in 1754। ਇਹ ਸੀ ਅੱਜ ਦੇ ਕੁਐਸਚਨਸ। ਹੋਪਫੁਲੀ ਤੁਹਾਨੂੰ ਇਹ ਕਾਫੀ ਹੈਲਪਫੁਲ ਰਹਿਣਗੇ ਤੁਹਾਡੀ ਪ੍ਰੈਪਰੇਸ਼ਨ ਲਈ। ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।